ਡੀਅਰ ਸਟੂਡੈਂਟ, ਅੱਜ ਆਪਾਂ ਪੰਜਾਬੀ ਸੈਕੰਡ ਦੇ ਵਿੱਚ ਅਗਲਾ ਲੇਖ ਬੇਰੁਜ਼ਗਾਰੀ ਦੀ ਸਮੱਸਿਆ ਕਰਾਂਗੇ। ਇਸ ਲੇਖ ਨੂੰ ਤੁਸੀਂ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਆਪਾਂ 2 ਲੇਖ ਕੀਤੇ ਹੈ, ਪਹਿਲਾਂ ਸੁਣਨਾ ਹੈ ਅਤੇ ਨਾਲ ਉਸੇ ਤਰ੍ਹਾਂ ਨੋਟਸ ਬਣਾਉਣੇ ਹਨ। ਸ਼ੁਰੂ ਕਰਦੇ ਹਾਂ ਆਪਣਾ ਲੇਖ ਬੇਰੁਜ਼ਗਾਰੀ ਦੀ ਸਮੱਸਿਆ। ਪਹਿਲਾਂ ਆਪਾਂ ਜਾਣ ਪਛਾਣ ਕਰਾਂਗੇ। ਬੇਰੁਜ਼ਗਾਰੀ ਸਮੱਸਿਆ ਕਿਸ ਨਾਲ ਸੰਬੰਧਿਤ ਹੈ, ਕਿਵੇਂ ਹੈ, ਕਿਉਂ ਪੈਦਾ ਹੋਈ। ਬੇਰੁਜ਼ਗਾਰੀ ਇੱਕ ਸਰਾਪ ਹੈ। ਜਿਵੇਂ ਕਿ ਕਿਹਾ ਜਾਂਦਾ ਹੈ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਭਾਰਤ ਵਿੱਚ ਕਈ ਐਸੇ ਨੌਜਵਾਨ ਮਿਲਦੇ ਹਨ ਜੋ ਕੰਮ ਕਰਨ ਦੀ ਯੋਗਤਾ ਤਾਂ ਰੱਖਦੇ ਹਨ, ਪਰ ਉਹਨਾਂ ਨੂੰ ਕਰਨ ਲਈ ਕੰਮ ਨਹੀਂ ਮਿਲਦਾ। ਰੁਜ਼ਗਾਰ ਦਫ਼ਤਰਾਂ ਦੇ ਰਜਿਸਟਰ ਖੋਲ੍ਹਿਆਂ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਆਪਣਾ ਰੁਜ਼ਗਾਰ ਦਫ਼ਤਰ ਹੈ, ਰੁਜ਼ਗਾਰ ਦਾ ਭਾਵ ਵੀ ਜਿੱਥੇ ਪੜ੍ਹੇ ਲਿਖੇ ਨੌਜਵਾਨ ਹਨ ਜਿਨ੍ਹਾਂ ਨੂੰ ਹਜੇ ਤੱਕ ਨੌਕਰੀਆਂ ਨਹੀਂ ਮਿਲੀਆਂ, ਉਹਨਾਂ ਦਾ ਉੱਥੇ ਨਾਂ ਲਿਖਿਆ ਜਾਂਦਾ ਹੈ ਵੀ ਕਿੰਨੇ ਆਪਣੇ ਦੇਸ਼ ਦੇ ਨੌਜਵਾਨ ਪੜ੍ਹੇ ਲਿਖੇ ਹੈ, ਉਹਨਾਂ 'ਚ ਕਿੰਨੇ ਨੌਕਰੀ ਲੱਗੇ ਹੈ ਅਤੇ ਕਿੰਨੇ ਨਹੀਂ ਲੱਗੇ। ਪੜ੍ਹਦੇ ਅੱਗੇ, ਰੁਜ਼ਗਾਰ ਦਫ਼ਤਰਾਂ ਦੇ ਰਜਿਸਟਰਾਂ ਖੋਲ੍ਹਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਿੰਨੀ ਜ਼ਿਆਦਾ ਗੰਭੀਰ ਹੋ ਚੁੱਕੀ ਹੈ। ਪੜ੍ਹੇ ਲਿਖੇ ਬੇਕਾਰਾਂ ਦੀ, ਵੀ ਜਿਨ੍ਹਾਂ ਕੋਲ ਬੇਕਾਰ ਦਾ ਭਾਵ ਹੈ ਜਿਨ੍ਹਾਂ ਕੋਲ ਕੋਈ ਕਾਰ ਭਾਵ ਜਿਨ੍ਹਾਂ ਕੋਲ ਕੋਈ ਕੰਮ ਨਹੀਂ, ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ। ਬੇਕਾਰ ਦਾ ਭਾਵ, ਕਾਰ ਦਾ ਭਾਵ ਜਿਨ੍ਹਾਂ ਕੋਲ ਕੋਈ ਕੰਮ ਧੰਦਾ ਨਹੀਂ, ਕੋਈ ਰੁਜ਼ਗਾਰ ਨਹੀਂ, ਵਿਹਲੇ ਜਿਹੜੇ ਹਨ ਉਹਨਾਂ ਦੀ। ਹੁਣ ਆਪਾਂ ਗੱਲ ਕਰਾਂਗੇ ਭਾਰਤ ਵਿੱਚ ਬੇਰੁਜ਼ਗਾਰੀ। ਇਹ ਸਮੱਸਿਆ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਵੱਧ ਰਹੀ ਹੈ, ਪਰ ਭਾਰਤ ਵਿੱਚ ਇਸ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਵਧੇਰੇ ਤੇਜ਼ ਹੈ। ਭਾਰਤ ਦਾ ਆਰਥਿਕ ਢਾਂਚਾ ਵੀ ਅਜਿਹਾ ਹੈ ਜਿਸ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਪੈਦਾ ਹੋਣਾ ਸੁਭਾਵਿਕ ਹੈ। ਜ਼ਮੀਨਾਂ 'ਤੇ ਉਤਪਾਦਨ ਦੇ ਹੋਰ ਸਾਧਨਾਂ 'ਤੇ ਪੂੰਜੀਵਾਦ ਦਾ ਕੰਟਰੋਲ ਹੈ, ਜੋ ਆਪਣੇ ਫਾਇਦੇ ਲਈ ਉਹਨਾਂ ਦਾ ਇਸਤੇਮਾਲ ਕਰਦਾ ਹੈ। ਅਰਥਾਤ ਵਿਗਿਆਨੀਆਂ ਅਨੁਸਾਰ ਭਾਰਤ ਦੀ ਬੇਰੁਜ਼ਗਾਰੀ ਦਾ ਸਰੂਪ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਕਾਫੀ ਅੱਡ ਹੈ। ਰੁਜ਼ਗਾਰ ਮੂਲਕ ਸਿੱਖਿਆ ਦੀ ਕਮੀ। ਹੁਣ ਰੁਜ਼ਗਾਰ ਮੂਲਕ ਦਾ ਭਾਵ ਹੈ ਵੀ ਆਪਾਂ ਪੜ੍ਹਦੇ ਹਾਂ, ਪੜ੍ਹਾਈ ਕਰ ਲੈਂਦੇ ਹਾਂ, ਡਿਗਰੀਆਂ ਲੈ ਲੈਂਦੇ ਹਾਂ, ਪਰ ਆਪਾਂ ਨੂੰ ਕਿਸੇ ਕੰਮ ਦਾ ਗਿਆਨ ਨਹੀਂ। ਹਰ ਇੱਕ ਬੰਦੇ ਦਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਕੋਈ ਨਾ ਕੋਈ ਲਗਨ ਹੁੰਦੀ ਹੈ, ਇੱਛਾ ਹੁੰਦੀ ਹੈ ਵੀ ਮੈਂ ਆਹ ਕੰਮ ਕਰਨਾ, ਤਾਂ ਉਹ ਆਪਣੇ ਦੇਸ਼ ਦੇ ਵਿੱਚ ਇਹ ਕਮੀ ਹੈ। ਸਮਝਦੇ ਹਾਂ ਅੱਗੇ, ਸਾਡੇ ਮੁਲਕ ਦੀ ਜਾਂ ਸਾਡੇ ਦੇਸ਼ ਕਹਿ ਲਓ ਦੀ ਵਿੱਦਿਆ ਪ੍ਰਣਾਲੀ ਬਹੁਤ ਪੁਰਾਣੀ ਹੈ, ਵੀ ਜਿਵੇਂ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਦੀ ਹੈ। ਅਸੀਂ ਵੇਖਦੇ ਹਾਂ ਕਿ ਸਾਡੇ ਜਿਹੜੇ ਭੈਣ ਭਰਾ ਨੌਜਵਾਨ ਹਨ, ਉਹ BA ਅਤੇ MA ਪੜ੍ਹੇ ਨੌਜਵਾਨ ਦਫ਼ਤਰੀ ਕੰਮ ਜਾਂ ਕਲਰਕੀ ਤੋਂ ਬਿਨਾਂ ਹੋਰ ਕੋਈ ਕੰਮ ਉਹਨਾਂ ਨੂੰ ਨਹੀਂ ਆਉਂਦਾ। ਹੱਥਾਂ ਵਿੱਚ ਡਿਗਰੀਆਂ ਫੜੀ ਥਾਂ ਥਾਂ 'ਤੇ ਘੱਟਾ ਛਾਣਦੇ ਫਿਰਦੇ ਹਨ। ਹੁਣ ਸਰਕਾਰ ਨੂੰ ਰੁਜ਼ਗਾਰ ਮੂਲਕ ਸਿੱਖਿਆ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ, ਜਿਸ ਨਾਲ ਨੌਜਵਾਨ ਰੁਜ਼ਗਾਰਾਂ 'ਤੇ ਲੱਗ ਸਕਣ। ਵਿਦਿਆਰਥੀ ਨੂੰ ਅਜਿਹਾ ਕੰਮ ਜਿਵੇਂ ਕਿ ਬਿਜਲੀ ਦਾ ਕੰਮ, ਲੱਕੜੀ ਦਾ ਕੰਮ, ਚਿੱਤਰਕਾਰੀ ਦਾ ਕੰਮ ਦੀ ਸਿਖਲਾਈ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਹੱਥੀਂ ਕੰਮ ਕਰਕੇ
ਕਮਾਈ ਕਰ ਸਕਦਾ ਹੈ। ਵੀ ਪੜ੍ਹਾਈ ਵੀ ਕਰਵਾਉਣੀ ਚਾਹੀਦੀ ਹੈ ਅਤੇ ਨਾਲ ਜਿਹੜੇ ਕੰਮ ਉਹ ਆਪਦੇ ਹੱਥੀਂ ਕਰ ਸਕਦਾ ਹੈ, ਜਿਹਦੇ ਨਾਲ ਉਹ ਆਪਦੇ ਪਰਿਵਾਰ ਦਾ ਆਪਦਾ ਰੁਜ਼ਗਾਰ ਚਲਾ ਸਕਦਾ ਹੈ। ਜਿੰਨਾ ਚਿਰ ਉਹਨੂੰ ਕੋਈ ਗੌਰਮੈਂਟ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ, ਉਹ ਉਹਨੂੰ ਕੰਮ ਸਿਖਾਉਣਾ ਚਾਹੀਦਾ ਹੈ। ਤਕਨੀਕ ਦਾ ਵਿਕਾਸ। ਨਵੀਆਂ ਤਕਨੀਕਾਂ ਦੇ ਵਿਕਾਸ ਕਾਰਨ ਕਿੱਤਾ ਬੋਲਦੇ ਹਾਂ ਆਪਾਂ ਰੁਜ਼ਗਾਰ ਨੂੰ, ਕੰਮ ਧੰਦੇ ਨੂੰ, ਕਿਸੇ ਵੀ ਆਪਾਂ ਕੋਈ ਕੰਮ ਕਰਨਾ ਉਹਨੂੰ ਕਿੱਤਾ ਬੋਲਿਆ ਜਾਂਦਾ। ਕਿੱਤਿਆਂ ਦਾ ਦਿਨ ਬ ਦਿਨ ਮਸ਼ੀਨੀਕਰਨ ਹੁੰਦਾ ਜਾ ਰਿਹਾ। ਦੇਖੋ, ਜਿਵੇਂ ਆਪਾਂ ਸਮਝਦੇ ਹਾਂ ਗੱਲ ਨੂੰ, ਵੀ ਰੋਜ਼ ਨਵੀਂ ਤੋਂ ਨਵੀਂ ਕਾਢ ਕੱਢੀ ਜਾ ਰਹੀ ਹੈ, ਜਿਹਦਾ ਉਹ ਕਾਢ ਕੀ ਹੈ, ਜਿਹਦੇ ਵਿੱਚ ਬੰਦੇ ਨੂੰ ਹੱਥ ਨਾਲ ਕੰਮ ਘੱਟ ਕਰਨਾ ਪੈਂਦਾ ਅਤੇ ਸਾਰਾ ਕੰਮ ਮਸ਼ੀਨਾਂ ਨਾਲ ਹੋ ਰਿਹਾ। ਜ਼ਿਆਦਾ ਮਸ਼ੀਨਾਂ ਅਤੇ ਘੱਟ ਬੰਦਿਆਂ ਦੀ ਵਰਤੋਂ ਕਾਰਨ ਵੀ ਬੇਰੁਜ਼ਗਾਰੀ ਵੱਧ ਰਹੀ ਹੈ। ਤਕਨੀਕੀ ਸਿੱਖਿਆ ਦੇ ਤੋਂ ਵਾਂਝੇ ਲੋਕ ਵੀ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ। ਬਈ ਜਿਸ ਤਰ੍ਹਾਂ ਹੁਣ ਸਾਰਾ ਕੰਮ ਪੜ੍ਹੇ ਲਿਖੇ ਦਾ ਕੰਮ ਹੋ ਗਿਆ, ਮਸ਼ੀਨਾਂ ਚਲਾਉਣੀਆਂ, ਕੰਪਿਊਟਰ ਨਾਲ ਮਸ਼ੀਨਾਂ ਚੱਲਦੀਆਂ। ਜਿਹਨੂੰ ਕੰਪਿਊਟਰ ਦਾ ਨੌਲੇਜ ਹੈ ਉਹ ਉਹੀ ਮਸ਼ੀਨ ਚਲਾ ਸਕਦਾ, ਜਿਹਨੂੰ ਨੌਲੇਜ ਨਹੀਂ ਉਹ ਨਹੀਂ ਚਲਾ ਸਕਦਾ। ਇਸ ਲਈ ਵੀ ਜਿਹੜਾ ਆਪਣਾ ਅੱਜ ਦਾ ਸਮਾਂ ਮਸ਼ੀਨੀਕਰਨ ਹੋ ਗਿਆ, ਅਤੇ ਮਸ਼ੀਨੀਕਰਨ ਦੇ ਵਿੱਚ ਵੀ ਸਾਰਿਆਂ ਨੂੰ ਮਸ਼ੀਨਾਂ ਦੇ ਚਲਾਉਣ ਦਾ ਗਿਆਨ ਨਹੀਂ ਹੁੰਦਾ, ਤਾਂ ਵੀ ਉਹ ਇਸ ਕਰਕੇ ਬੇਰੁਜ਼ਗਾਰ ਰਹਿ ਜਾਂਦੇ ਹਨ। ਬੇਰੁਜ਼ਗਾਰੀ ਦੂਰ ਕਰਨ ਦੇ ਸੁਝਾਅ। ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਲਦੀ ਹੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਬੇਰੁਜ਼ਗਾਰੀ ਨੂੰ ਕੋਈ ਭਿਆਨਕ ਰੂਪ ਨਾ ਧਾਰ ਸਕੇ। ਇਹਨਾਂ ਵਿੱਚੋਂ ਕੁਝ ਸੁਝਾਅ ਹਨ, ਇਹਨਾਂ ਦੇ ਵਿੱਚ ਹੁਣ ਹੇਠ ਲਿਖੇ ਕੁਝ ਸੁਝਾਅ ਦਿੱਤੇ ਗਏ ਹਨ। ਜਿਵੇਂ ਪਹਿਲਾ ਸੁਝਾਅ ਹੈ, ਸਾਰਿਆਂ ਨਾਲੋਂ ਜ਼ਰੂਰੀ ਸਿੱਖਿਆ ਪ੍ਰਣਾਲੀ ਦਾ ਸੁਧਾਰ ਕਰਨਾ। ਪੁਰਾਣੀ ਸਿੱਖਿਆ ਪ੍ਰਣਾਲੀ ਨੂੰ ਛੱਡ ਕੇ ਰੁਜ਼ਗਾਰ ਮੂਲਕ ਸਿੱਖਿਆ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ਵਰਤਮਾਨ ਵਿੱਦਿਅਕ ਢਾਂਚੇ ਨੂੰ ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਦੇਣ ਵਾਲਾ ਬਣਾਉਣਾ ਚਾਹੀਦਾ ਹੈ। ਵਿਦਿਆਰਥੀ ਨੂੰ ਇਸ ਤਰੀਕੇ ਨਾਲ ਪੜ੍ਹਾਉਣਾ ਚਾਹੀਦਾ ਹੈ ਕਿ ਅੱਗੇ ਜਾ ਕੇ ਉਹ ਕਿਸੇ ਵੀ ਕਿੱਤੇ ਨੂੰ ਅਪਣਾ ਸਕੇ। ਆਪਣੇ ਵਿਸ਼ਿਆਂ ਵਿੱਚ ਉਸ ਨੂੰ ਇੱਕ ਕਿੱਤਾ ਚੁਣਨਾ ਪਵੇ। ਵੀ ਜਿਹੜੀ ਆਪਣੀ ਸਿੱਖਿਆ ਪ੍ਰਣਾਲੀ ਹੈ, ਆਪਣੇ ਜਿੰਨੇ ਵਿਸ਼ੇ ਲੱਗੇ ਹੈ ਉਹ ਵਿਸ਼ੇ ਤਾਂ ਹੋਣੇ ਚਾਹੀਦੇ ਆ। ਉਹਦੇ ਨਾਲ ਉਹਨੂੰ ਇੱਕ ਵਿਸ਼ਾ ਜਿਹਾ ਮਿਲੇ ਵੀ ਤੂੰ ਇਹਨਾਂ ਕਿੱਤਿਆਂ 'ਚੋਂ, ਇਹਨਾਂ ਰੁਜ਼ਗਾਰਾਂ 'ਚੋਂ ਤੈਨੂੰ ਇੱਕ ਕੰਮ ਸਿੱਖਣਾ ਪਵੇਗਾ, ਤਾਂ ਹੀ ਤੇਰੇ ਨਾਲ ਪੜ੍ਹਾਈ ਹੋਵੇਗੀ। ਪੜ੍ਹਾਈ ਵੀ ਕਰਾਈ ਜਾਵੇ ਅਤੇ ਨਾਲ ਉਹਨੂੰ ਉਹ ਕਿੱਤਾ ਵੀ ਸਿਖਾਇਆ ਜਾਵੇ। ਅਗਲਾ ਹੈ ਜੀ ਸਨਅਤੀਕਰਨ। ਬੇਰੁਜ਼ਗਾਰੀ ਦੂਰ ਕਰਨ ਲਈ ਬਹੁਮੁਖੀ ਅਤੇ ਤੇਜ਼ ਸਨਅਤੀਕਰਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਰੁਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਪੀੜ੍ਹੀਆਂ ਜਿਹੜੇ ਪੜ੍ਹਿਆਂ ਲਿਖਿਆਂ ਦੇ ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੁਖਤਾ ਕਦਮ ਉਠਾਏ ਜਾਣੇ ਚਾਹੀਦੇ ਹਨ। ਸਰਕਾਰ ਨਵੇਂ ਕਾਰਖਾਨੇ ਖੋਲ੍ਹੇ ਅਤੇ ਨਵੇਂ ਕਾਰਖਾਨੇ ਖੋਲ੍ਹਣ ਵਾਲਿਆਂ ਨੂੰ ਹੱਲਾਸ਼ੇਰੀ ਮਦਦ ਕਰੇ, ਤਾਂ ਕਿ ਪੇਂਡੂ ਬੰਦਿਆਂ ਨੂੰ ਵੀ ਕਾਰਖਾਨਿਆਂ ਵਿੱਚ ਕੰਮ ਮਿਲ ਸਕੇ। ਰੁਜ਼ਗਾਰ ਦਫ਼ਤਰ। ਸਰਕਾਰ ਨੂੰ ਸਾਡੇ ਦੇਸ਼ ਵਿੱਚ ਥਾਂ ਥਾਂ 'ਤੇ ਰੁਜ਼ਗਾਰ ਦਫ਼ਤਰਾਂ ਦਾ ਜਾਲ ਵਿਛਾਉਣਾ ਚਾਹੀਦਾ ਹੈ, ਜਿਸ ਵਿੱਚ ਬੇਰੁਜ਼ਗਾਰਾਂ ਨੂੰ ਰਜਿਸਟਰ ਕਰਕੇ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਏ। ਜਦ ਕੋਈ ਪ੍ਰਾਈਵੇਟ ਫਰਮ ਫੇਲ ਹੋ ਜਾਵੇ ਤਾਂ ਸਰਕਾਰ ਬੇਕਾਰਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਰਜਿਸਟਰ ਬੇਰੁਜ਼ਗਾਰਾਂ ਨੂੰ ਇੱਕ ਨਿਸ਼ਚਿਤ ਭੱਤਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹਨਾਂ ਵਿੱਚ
असंतोष पैदा ना होवे। कुटीर ते लघु उद्योग। सरकार ਨੂੰ ਛੋਟੇ ਉਦਯੋਗ ਉਤਸ਼ਾਹਿਤ ਕਰਨੇ ਚਾਹੀਦੇ ਹਨ। ਸਰਕਾਰ ਨੂੰ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕਿੱਤਿਆਂ ਕਾਰਾਂ ਤੇ ਕਾਮਿਆਂ ਵਿੱਚ ਕੁਟੀਰ ਉਦਯੋਗਾਂ ਜਿਵੇਂ ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ ਫਾਰਮ ਦੇ ਪ੍ਰਤੀ ਰੁਚੀ ਪੈਦਾ ਕਰਨਾ, ਉਦਯੋਗਾਂ ਦੀ ਸਥਾਪਿਤ ਸ਼ਕਤੀ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਉਦਯੋਗਾਂ ਦਾ ਵਿਕੇਂਦਰੀਕਰਨ ਤੇ ਸਵੈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਆਬਾਦੀ ਦੇ ਵਾਧੇ ਤੇ ਰੋਕ। ਹੁਣ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਆਪਣੇ ਦੇਸ਼ ਦੀ ਆਬਾਦੀ ਦਿਨ ਪ੍ਰਤੀ ਦਿਨ ਵੱਧਦੀ ਹੀ ਵੱਧਦੀ ਜਾ ਰਹੀ ਹੈ। ਇਹ 'ਤੇ ਕਾਬੂ ਪਾਉਣਾ ਚਾਹੀਦਾ ਹੈ। ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਹਰ ਹਾਲਤ ਵਿੱਚ ਘਟਾਉਣਾ ਚਾਹੀਦਾ ਹੈ। ਇਸ ਲਈ ਪਰਿਵਾਰ ਨਿਯੋਜਨ ਦਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਵੱਧਦੀ ਆਬਾਦੀ ਉੱਪਰ ਕਾਬੂ ਪਾ ਕੇ ਵੀ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਸਿੱਟਾ। ਉੱਪਰ ਦਿੱਤੇ ਸਾਰੇ ਵਿਚਾਰਾਂ ਤੋਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ਸਮੱਸਿਆਵਾਂ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀਆਂ ਹਨ। ਇਸ ਨੂੰ ਦੂਰ ਕਰਨ ਲਈ ਜਲਦੀ ਹੀ ਲਾਹੇਵੰਦ ਕਦਮ ਉਠਾਏ ਜਾਣੇ ਚਾਹੀਦੇ ਹਨ, ਨਹੀਂ ਤਾਂ ਇਸ ਦੇ ਬਹੁਤ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਸਰਕਾਰ ਨੂੰ ਇਸ ਖਤਰਨਾਕ ਸਮਾਜਿਕ ਰੋਗ ਦਾ ਛੇਤੀ ਹੀ ਇਲਾਜ ਲੱਭਣਾ ਪਵੇਗਾ, ਤਾਂ ਜੋ ਇਸ ਲਾਹਨਤ ਨੂੰ ਖਤਮ ਕਰਕੇ ਸਾਡੇ ਦੇਸ਼ ਦੇ ਨੌਜਵਾਨ ਤਰੱਕੀ ਦੇ ਰਾਹ 'ਤੇ ਅੱਗੇ ਵਧ ਸਕਣ। ਇਹ ਸੀ ਆਪਣਾ ਪਾਠ ਬੇਰੁਜ਼ਗਾਰੀ ਦੀ ਸਮੱਸਿਆ। ਇਹਨੂੰ ਤੁਸੀਂ ਸੁਣ ਕੇ ਹੀ ਨੋਟ ਕਰਨਾ ਹੈ। ਸੁਣਨ ਦਾ ਭਾਵ ਇਹ ਹੈ, ਤੁਸੀਂ ਸੁਣ ਕੇ ਲਿਖੋਗੇ ਤਾਂ ਤੁਹਾਡੇ ਉਹ ਜਿਹੜਾ ਲੇਖ ਹੈ, ਕੋਈ ਵੀ ਵਿਸ਼ਾ ਹੈ, ਕੋਈ ਵੀ ਆਪਾਂ ਕੰਮ ਕਰਦੇ ਹਾਂ, ਸੁਣ ਕੇ ਲਿਖ ਕੇ ਯਾਦ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਹੈ। ਇਸ ਲਈ ਸਾਰਿਆਂ ਨੇ ਇਸ ਨੂੰ ਧਿਆਨ ਨਾਲ, ਆਰਾਮ ਨਾਲ ਸੁਣਨਾ ਹੈ ਅਤੇ ਆਪਣੇ ਪੰਜਾਬੀ ਸੈਕਿੰਡ ਦੀ ਨੋਟਬੁੱਕ ਦੇ ਵਿੱਚ ਨੋਟ ਕਰਨਾ ਹੈ। ਅੱਜ ਆਪਣਾ ਲੇਖ ਸੀਗਾ ਤੀਜਾ, ਬੇਰੁਜ਼ਗਾਰੀ ਦੀ ਸਮੱਸਿਆ। ਪਹਿਲਾ ਲੇਖ ਸੀ ਆਪਣਾ ਸ਼੍ਰੀ ਗੁਰੂ ਨਾਨਕ ਦੇਵ, ਦੂਜਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਤੀਜਾ ਹੈ ਜੀ ਬੇਰੁਜ਼ਗਾਰੀ ਦੀ ਸਮੱਸਿਆ। ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰਨਾ। ਧੰਨਵਾਦ।